ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਏ ਜੀ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ। ਮੇਰੀ ਪਤਨੀ ਮੇਰੇ ਸੌਂ ਜਾਣ ਤੋਂ ਬਾਅਦ ਮੇਰੇ ਭਰਾ ਦੇ ਕਮਰੇ ਵਿੱਚ ਚਲੀ ਜਾਂਦੀ। ਇਹ ਉਹਨਾਂ ਵਿਚਕਾਰ 2-3 ਮਹੀਨਿਆਂ ਤੋਂ ਚੱਲ ਰਿਹਾ ਸੀ, ਪਰ ਮੈਨੂੰ ਸਮਝ ਨਹੀਂ ਸੀ। ਪਤਾ ਨਹੀਂ ਇਹ ਕੀ ਹੋ ਰਿਹਾ ਸੀ। ਇੱਕ ਦਿਨ ਜਦੋਂ ਮੇਰੀ ਰਾਤ ਨੂੰ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਮੇਰੀ ਪਤਨੀ ਬੈੱਡ ਤੇ ਨਹੀਂ ਸੀ। ਜਦੋਂ ਮੈਂ ਬਾਹਰ ਦੇਖਿਆ ਤਾਂ ਮੇਰੇ ਛੋਟੇ ਭਰਾ ਦੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ। ਮੈਂ ਗੇਟ ਨਾਲ ਕੰਨ ਲਗਾ ਕੇ ਸੁਣਨ ਦੀ ਕੋਸ਼ਿਸ਼ ਕਰੀ। ਮੈਨੂੰ ਮੇਰੀ ਪਤਨੀ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਉਸ ਰਾਤ ਤਾਂ ਉਸ ਨੂੰ ਕੁਝ ਨਾ ਕਿਹਾ। ਅਗਲੀ ਰਾਤ ਫਿਰ ਮੈਂ ਉਸੇ ਤਰ੍ਹਾਂ ਹੀ ਸੌਣ ਦਾ ਨਾਟਕ ਕੀਤਾ। ਮੇਰੀ ਪਤਨੀ ਨੂੰ ਲੱਗਾ ਕਿ ਮੈਂ ਸੌਂ ਗਿਆ ਤੇ ਉਹ ਮੇਰੇ ਭਰਾ ਦੇ ਕਮਰੇ ਵਿੱਚ ਚਲੀ ਗਈ। ਉਸ ਰਾਤ ਮੈਂ ਉਸ ਦਾ ਉਸੇ ਟਾਈਮ ਪਿੱਛਾ ਕੀਤਾ ਤਾਂ ਉਸਨੇ ਦੱਬੇ ਪੈਰੀ ਮੇਰੇ ਭਰਾ ਦੇ ਕਮਰੇ ਵਿੱਚ ਚਲੀ ਗਈ ਤੇ ਅੰਦਰੋਂ ਕੁੰਡੀ ਲਗਾ ਲਈ। ਮੈਂ ਜਦੋਂ ਕਮਰੇ ਦੀ ਲੌਕ ਵਿੱਚੋਂ ਦੇਖਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ ਤੇ ਉਹ ਦੋਵੇਂ ਜਿਸ ਹਾਲਤ ਦੇ ਵਿੱਚ। ਮੇਰਾ ਨਾਮ ਜਤਿੰਦਰ ਹੈ। ਮੇਰੇ ਪਾਪਾ ਡਰਾਈਵਰ ਦੀ ਨੌਕਰੀ ਕਰਕੇ ਸਾਡਾ ਘਰ ਚਲਾਉਂਦੇ ਸੀ। ਸਾਡੇ ਕੋਈ ਜ਼ਿਆਦਾ ਜ਼ਮੀਨ ਜਾਇਦਾਦ ਨਹੀਂ ਸੀ। ਉਹ ਦਿਨ ਰਾਤ ਕਮਾਈ ਕਰਦੇ ਸੀ ਤੇ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ। ਤੇ ਉਹਨਾਂ ਨੇ ਮੈਨੂੰ ਵਧੀਆ ਪੜ੍ਹਾਇਆ ਲਿਖਾਇਆ ਤੇ ਮੈਂ ਇੱਕ ਵਧੀਆ ਨੌਕਰੀ ਤੇ ਲੱਗ ਗਿਆ। ਜਦੋਂ ਮੈਂ ਨੌਕਰੀ ਤੇ ਲੱਗ ਗਿਆ ਤਾਂ ਸਾਡੇ ਘਰ ਦਾ ਗੁਜ਼ਾਰਾ ਵੀ ਵਧੀਆ ਚੱਲਣ ਲੱਗ ਗਿਆ ਤੇ ਮੈਂ ਆਪਣੇ ਛੋਟੇ ਭਰਾ ਦੀ ਪੜ੍ਹਾਈ ਤੇ ਵੀ ਪੂਰਾ ਖਰਚ ਕਰਿਆ। ਇਵੇਂ ਹੀ ਸਮਾਂ ਲੰਘਦਾ ਗਿਆ। ਇੱਕ ਵਾਰ ਮੇਰੀ ਮਾਂ ਕੱਪੜੇ ਧੋ ਰਹੀ ਸੀ ਤੇ ਕਮਜ਼ੋਰੀ ਕਾਰਨ ਉਸਨੂੰ ਚੱਕਰ ਆ ਗਿਆ ਤੇ ਉਹ ਡਿੱਗ ਪਈ। ਜਦੋਂ ਉਹ ਡਿੱਗੀ ਤਾਂ ਉਸਦੀ ਕਮਰ ਵਿੱਚ ਕਾਫੀ ਸੱਟਾਂ ਲੱਗੀਆਂ ਤੇ ਉਸਦੀ ਰੀੜ੍ਹ ਦੀ ਹੱਡੀ ਵਿੱਚ ਵੀ ਨੁਕਸ ਪੈ ਗਿਆ ਤੇ ਡਾਕਟਰ ਨੇ ਉਸਨੂੰ ਬੈੱਡ ਰੈਸਟ ਲਈ ਕਹਿ ਦਿੱਤਾ। ਹੁਣ ਸਾਡੇ ਘਰ ਵਿੱਚ ਕੰਮ ਕਰਨ ਲਈ ਕੋਈ ਨਹੀਂ ਸੀ। ਕੋਈ ਘਰ ਵਿੱਚ ਕੰਮ ਕਰਨ ਲਈ ਨੌਕਰਾਨੀ ਵੀ ਨਹੀਂ ਸੀ ਮਿਲ ਰਹੀ। ਫਿਰ ਇੱਕ ਦਿਨ ਸਾਡੇ ਗੁਆਂਢ ਵਿੱਚ ਸਾਡੇ ਅੰਕਲ ਮੇਰੀ ਮੰਮੀ ਦਾ ਪਤਾ ਲੈਣ ਆਏ ਤਾਂ ਉਹਨਾਂ ਨੇ ਸਾਡੇ ਘਰ ਦੀ ਹਾਲਤ ਦੇਖੀ। ਕਿਉਂਕਿ ਮੈਂ ਨੌਕਰੀ ਤੇ ਚਲਾ ਜਾਂਦਾ ਸੀ ਤੇ ਘਰ ਸੰਭਾਲਣ ਲਈ ਕੋਈ ਵੀ ਨਹੀਂ ਸੀ ਤਾਂ ਉਸਨੇ ਕਿਹਾ ਕਿ ਤੁਸੀਂ ਆਪਣੇ ਬੇਟੇ ਲਈ ਰਿਸ਼ਤਾ ਲੈ ਲਵੋ ਤੇ ਉਸਦਾ ਵਿਆਹ ਕਰ ਦਿਓ ਤੇ ਉਸਦੀ ਉਮਰ ਵੀ ਵਿਆਹ ਕਰਵਾਉਣ ਵਾਲੀ ਹੈ। ਘਰ ਵਿੱਚ ਨੌਂ ਰਾਣੀ ਆ ਜਾਵੇਗੀ ਤੇ ਘਰ ਨੂੰ ਸੰਭਾਲ ਲਵੇਗੀ, ਕਿਉਂਕਿ ਇੱਕ ਔਰਤ ਤੋਂ ਬਿਨਾਂ ਘਰ ਦੀ ਸੰਭਾਲ ਨਹੀਂ ਹੁੰਦੀ। ਮੇਰੀ ਮਾਂ ਤਾਂ ਬਿਲਕੁਲ ਬੈੱਡ ਤੇ ਹੀ ਪੈ ਗਈ ਸੀ। ਇਹ ਗੱਲ ਸੁਣ ਕੇ ਮੇਰੇ ਪਾਪਾ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੋ ਗਏ ਤੇ ਉਹ ਵਧੀਆ ਰਿਸ਼ਤੇ ਦੀ ਤਲਾਸ਼ ਕਰਨ ਲੱਗੇ। ਫਿਰ ਇੱਕ ਦਿਨ ਮੇਰੇ ਪਾਪਾ ਦਾ ਦੋਸਤ ਸਾਡੇ ਘਰ ਆਇਆ। ਉਹਨਾਂ ਨੇ ਚਾਹ ਪੀਤੀ ਤੇ ਬਾਅਦ ਵਿੱਚ ਮੈਨੂੰ ਆਪਣੇ ਕੋਲ ਬੁਲਾਇਆ। ਮੈਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਹੁਣ ਤਾਂ ਤੇਰੇ ਕੋਲ ਵਧੀਆ ਨੌਕਰੀ ਹੈ। ਮੇਰੇ ਕੋਲ ਇੱਕ ਵਧੀਆ ਰਿਸ਼ਤਾ ਹੈ। ਕੁੜੀ ਨੇ ਗ੍ਰੈਜੂਏਸ਼ਨ ਪਾਸ ਕਰੀ ਹੈ ਤੇ ਕੁੜੀ ਬਹੁਤ ਹੀ ਗੁਣਵਾਨ ਹੈ, ਚੰਗੇ ਖਾਨਦਾਨ ਦੀ ਹੈ ਤੇ ਬਹੁਤ ਸਮਝਦਾਰ ਹੈ। ਮੈਂ ਰਿਸ਼ਤੇ ਲਈ ਹਾਂ ਕਰ ਦਿੱਤੀ। ਫਿਰ ਕੁਝ ਦਿਨਾਂ ਬਾਅਦ ਉਹ ਸਾਡੇ ਘਰ ਮੈਨੂੰ ਦੇਖਣ ਆਏ ਤੇ ਉਹਨਾਂ ਨੇ ਮੈਨੂੰ ਦੇਖ ਕੇ ਤੁਰੰਤ ਹੀ ਪਸੰਦ ਕਰ ਲਿਆ ਤੇ ਸਾਡੇ ਵਿਆਹ ਦੀ ਗੱਲ ਚੱਲ ਪਈ ਤੇ ਵਿਆਹ ਦੀ ਤਰੀਕ ਵੀ ਪੱਕੀ ਕਰ ਦਿੱਤੀ। ਕੁਝ ਦਿਨਾਂ ਬਾਅਦ ਸਾਡੇ ਵਿਆਹ ਸੀ ਤੇ ਵਿਆਹ ਸਾਡਾ ਬਹੁਤ ਹੀ ਧੂਮਧਾਮ ਤੇ ਚਾਵਾਂ ਨਾਲ ਹੋਇਆ ਤੇ ਅਨੀਤਾ ਸਾਡੇ ਘਰ ਆ ਗਈ। ਸਾਰੀਆਂ ਰਸਮਾਂ ਰਿਵਾਜਾਂ ਨਾਲ ਮੈਂ ਤੇ ਅਨੀਤਾ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀ। ਅਨੀਤਾ ਵਿੱਚ ਬਹੁਤ ਸਾਰੇ ਗੁਣ ਸਨ। ਉਹ ਬਹੁਤ ਹੀ ਸ਼ਰੀਫ ਤੇ ਸਮਝਦਾਰ ਕੁੜੀ ਸੀ ਤੇ ਆਉਂਦਿਆਂ ਹੀ ਸਾਡੇ ਸਾਰੇ ਘਰ ਨੂੰ ਸੰਭਾਲ ਲਿਆ। ਉਹ ਘਰ ਦੇ ਕੰਮ ਦੇ ਨਾਲ ਨਾਲ ਮੇਰੀ ਮਾਂ ਦੀ ਵੀ ਦੇਖਭਾਲ ਕਰਦੀ ਤੇ ਮੇਰੀ ਮਾਂ ਦੀ ਕਮਰ ਤੇ ਵੀ ਮਾਲਿਸ਼ ਕਰਦੀ। ਮੇਰੀ ਮਾਂ ਨੂੰ ਕਾਫੀ ਫਰਕ ਪੈ ਗਿਆ। ਉਹ ਸ਼ਾਮ ਨੂੰ ਮੇਰੀ ਮਾਂ ਨੂੰ ਬਾਹਰ ਘੁਮਾਉਣ ਲਈ ਲੈ ਕੇ ਜਾਂਦੀ ਤੇ ਉਸਦੀ ਬਹੁਤ ਜ਼ਿਆਦਾ ਸੰਭਾਲ ਕਰਦੀ। ਉਹ ਆਪਣੇ ਮੰਮੀ ਪਾਪਾ ਦੀ ਤਰ੍ਹਾਂ ਮੇਰੇ ਮਾਂ-ਬਾਪ ਦੀ ਵੀ ਸੇਵਾ ਕਰਦੀ ਸੀ। ਕੁਝ ਦਿਨਾਂ ਬਾਅਦ ਮੇਰੀ ਮਾਂ ਦੀ ਤਬੀਅਤ ਖਰਾਬ ਹੋ ਗਈ ਤੇ ਉਸਨੂੰ ਹਾਰਟ ਦੀ ਪ੍ਰੋਬਲਮ ਹੋ ਗਈ। ਜਦੋਂ ਅਸੀਂ ਡਾਕਟਰ ਕੋਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਸਾਰੇ ਘਰ ਵਿੱਚ ਉਦਾਸੀ ਛਾ ਗਈ ਤੇ ਘਰ ਵਿੱਚ ਸੁੰਨਸਾਨ ਹੋ ਗਈ। ਹੌਲੀ ਹੌਲੀ ਸਮਾਂ ਲੰਘਦਾ ਗਿਆ ਤੇ ਅਸੀਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਆਪੋ ਆਪਣੇ ਕੰਮਕਾਰਾਂ ਵਿੱਚ ਲੱਗ ਗਏ। ਕੁਝ ਦਿਨਾਂ ਬਾਅਦ ਅਨੀਤਾ ਦੇ ਭੂਆ ਜੀ ਤੇ ਕੁਝ ਹੋਰ ਰਿਸ਼ਤੇਦਾਰ ਸਾਡੇ ਘਰ ਆਏ। ਉਹਨਾਂ ਦੇ ਨਾਲ ਦੇ ਪਿੰਡ ਵਿੱਚ ਕਿਸੇ ਫੰਕਸ਼ਨ ਤੇ ਆਏ ਸੀ। ਉੱਥੋਂ ਉਹ ਸਾਨੂੰ ਮਿਲਣ ਲਈ ਆ ਗਏ ਤੇ ਉਹ ਇੱਕ ਰਾਤ ਲਈ ਸਾਡੇ ਘਰ ਹੀ ਰੁਕ ਗਏ। ਜਦੋਂ ਸਾਡੇ ਘਰ ਮਹਿਮਾਨ ਆਏ ਤਾਂ ਸਾਡੇ ਘਰ ਰੌਣਕ ਲੱਗ ਗਈ। ਇੱਕ ਦਿਨ ਦਾ ਪਤਾ ਹੀ ਨਾ ਲੱਗਿਆ ਕਿ ਕਿਵੇਂ ਲੰਘ ਗਿਆ। ਅਗਲੇ ਦਿਨ ਆਪਣੇ ਘਰ ਲਈ ਉਹ ਚਲੇ ਗਏ
ਤੇ ਮੈਂ ਵੀ ਆਪਣੇ ਕੰਮ ਤੇ ਚਲਾ ਗਿਆ। ਮੈਨੂੰ ਦਫ਼ਤਰ ਵਿੱਚ ਜਾ ਕੇ ਮੇਰੀ ਸਿਹਤ ਖਰਾਬ ਹੋ ਗਈ ਤੇ ਮੈਨੂੰ ਚੱਕਰ ਆਉਣ ਲੱਗ ਗਏ। ਮੈਂ ਥੋੜੀ ਬਹੁਤੀ ਦਵਾਈ ਲਈ ਪਰ ਮੈਨੂੰ ਆਰਾਮ ਨਾ ਆਇਆ ਤੇ ਮੈਂ ਆਪਣੇ ਘਰ ਆ ਗਿਆ। ਜਦੋਂ ਮੈਂ ਅਚਾਨਕ ਘਰ ਆਇਆ ਤਾਂ ਮੇਰੇ ਜਲਦੀ ਆਉਣ ਦਾ ਕਾਰਨ ਅਨੀਤਾ ਨੇ ਪੁੱਛਿਆ। ਮੈਂ ਉਸ ਨੂੰ ਬਹਾਨਾ ਬਣਾ ਦਿੱਤਾ, ਅੱਜ ਦਫ਼ਤਰ ਜਲਦੀ ਬੰਦ ਹੋ ਗਿਆ। ਪਰ ਮੈਂ ਆਪਣੀ ਸਿਹਤ ਬਾਰੇ ਉਸ ਨੂੰ ਕੁਝ ਨਾ ਦੱਸਿਆ, ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਕਿਸੇ ਗੱਲ ਦੀ ਚਿੰਤਾ ਹੋਵੇ। ਮੈਂ ਆਪਣੀ ਬਿਮਾਰੀ ਨੂੰ ਨਾਰਮਲ ਹੀ ਸਮਝਿਆ, ਪਰ ਮੇਰੀ ਸਿਹਤ ਵਿੱਚ ਕੋਈ ਵੀ ਸੁਧਾਰ ਨਹੀਂ ਸੀ ਹੋ ਰਿਹਾ। ਫਿਰ ਮੈਂ ਆਪਣਾ ਚੈੱਕਅਪ ਕਰਵਾਇਆ ਤੇ ਡਾਕਟਰ ਨੇ ਮੇਰੇ ਕੁਝ ਟੈਸਟ ਲਏ ਤੇ ਜਦੋਂ ਟੈਸਟਾਂ ਦੀ ਰਿਪੋਰਟ ਆਈ ਤਾਂ ਡਾਕਟਰ ਨੇ ਜੋ ਮੈਨੂੰ ਦੱਸਿਆ, ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਉਸ ਸਮੇਂ ਅਨੀਤਾ ਵੀ ਮੇਰੇ ਨਾਲ ਸੀ। ਉਹ ਜਿੱਦ ਕਰਕੇ ਮੇਰੇ ਨਾਲ ਹਸਪਤਾਲ ਆ ਗਈ ਸੀ। ਡਾਕਟਰ ਨੇ ਮੇਰੀ ਦਵਾਈ ਸ਼ੁਰੂ ਕਰ ਦਿੱਤੀ, ਰੋਜ਼ਾਨਾ ਲੈਣ ਲਈ ਕਿਹਾ ਤੇ ਮੈਨੂੰ ਹਫ਼ਤੇ ਬਾਅਦ ਚੈੱਕਅਪ ਕਰਵਾਉਣ ਲਈ ਕਿਹਾ। ਮੈਨੂੰ ਦਵਾਈ ਨਾਲ ਕੁਝ ਸਿਹਤ ਵਿੱਚ ਫਰਕ ਮਹਿਸੂਸ ਹੋਣ ਲੱਗਿਆ ਤੇ ਇੱਕ ਦਿਨ ਅਨੀਤਾ ਦੇ ਪੇਕਿਆਂ ਤੋਂ ਫੋਨ ਆਇਆ ਕਿ ਉਹਨਾਂ ਦੇ ਘਰ ਵਿੱਚ ਇੱਕ ਛੋਟਾ ਜਿਹਾ ਫੰਕਸ਼ਨ ਰੱਖਿਆ। ਉਸ ਦੇ ਭਤੀਜੇ ਦਾ ਜਨਮ ਦਿਨ ਹੈ ਤੇ ਤੁਸੀਂ ਜ਼ਰੂਰ ਆਇਓ। ਅਨੀਤਾ ਨੇ ਤਾਂ ਮਨਾ ਕਰ ਦਿੱਤਾ ਤੇ ਉਹਨਾਂ ਨੂੰ ਜਵਾਬ ਦੇ ਦਿੱਤਾ, ਪਰ ਮੇਰੀ ਸਿਹਤ ਬਾਰੇ ਕੋਈ ਗੱਲ ਨਾ ਕਹੀ। ਮੈਂ ਉਸ ਨੂੰ ਸਮਝਾਇਆ ਕਿ ਤੂੰ ਇਕੱਲੀ ਹੀ ਚਲੀ ਜਾ, ਪਰ ਉਹ ਕਹਿੰਦੀ ਕਿ ਮੈਂ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਨਹੀਂ ਜਾ ਸਕਦੀ। ਹੌਲੀ ਹੌਲੀ ਐਵੇਂ ਹੀ ਦਿਨ ਲੰਘਦੇ ਗਏ, ਪਰ ਮੈਂ ਹੁਣ ਅਨੀਤਾ ਦੇ ਸੁਭਾਅ ਵਿੱਚ ਬਦਲਾਅ ਮਹਿਸੂਸ ਕਰਿਆ, ਕਿਉਂਕਿ ਜਦੋਂ ਵੀ ਰਾਤ ਹੁੰਦੀ ਤਾਂ ਉਹ ਦੱਬੇ ਪੈਰੀ ਮੇਰੇ ਛੋਟੇ ਭਰਾ ਦੇ ਕਮਰੇ ਵਿੱਚ ਚਲੀ ਜਾਂਦੀ। ਇਸ ਗੱਲ ਦਾ ਮੈਨੂੰ ਇੱਕ ਦਿਨ ਪਤਾ ਲੱਗਿਆ ਜਦੋਂ ਮੇਰੀ ਅਚਾਨਕ ਰਾਤ ਨੂੰ ਅੱਖ ਖੁੱਲ ਗਈ ਤੇ ਜਦੋਂ ਮੈਂ ਅਨੀਤਾ ਨੂੰ ਦੇਖਿਆ ਤਾਂ ਉਹ ਬੈੱਡ ਦੇ ਉੱਪਰ ਨਹੀਂ ਸੀ। ਮੈਂ ਉੱਠ ਕੇ ਕਮਰੇ ਤੋਂ ਬਾਹਰ ਦੇਖਿਆ, ਉਹ ਬਾਹਰ ਵੀ ਨਹੀਂ ਸੀ, ਪਰ ਮੇਰੇ ਛੋਟੇ ਭਰਾ ਦੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ। ਮੈਂ ਗੇਟ ਦੇ ਨਾਲ ਕੰਨ ਲਗਾ ਕੇ ਸੁਣਿਆ। ਮੇਰੇ ਭਰਾ ਦੀ ਆਵਾਜ਼ ਆ ਰਹੀ ਸੀ ਤੇ ਉਹ ਅੱਜ ਆਵਾਜ਼ ਵੀ ਅਜੀਬ ਤਰ੍ਹਾਂ ਦੀ ਸੀ। ਮੇਰਾ ਤਾਂ ਸਰੀਰ ਕੰਬਣ ਲੱਗ ਗਿਆ ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਉਦੋਂ ਤਾਂ ਕੁਝ ਨਾ ਬੋਲਿਆ ਤੇ ਆ ਕੇ ਆਪਣੇ ਕਮਰੇ ਵਿੱਚ ਚੁੱਪਚਾਪ ਪੈ ਗਿਆ। ਅਗਲੇ ਦਿਨ ਮੈਂ ਸੌਣ ਦਾ ਫਿਰ ਨਾਟਕ ਕਰਿਆ। 11 ਕੁ ਵਜੇ ਫਿਰ ਉੱਠ ਕੇ ਮੇਰੇ ਭਰਾ ਦੇ ਕਮਰੇ ਵਿੱਚ ਅਨੀਤਾ ਚਲੀ ਗਈ। ਮੈਂ ਉਸਦੇ ਮਗਰ ਫਿਰ ਚਲਾ ਗਿਆ ਤਾਂ ਦੇਖਿਆ ਕਿ ਉਹ ਮੇਰੇ ਛੋਟੇ ਭਰਾ ਦੇ ਕਮਰੇ ਵਿੱਚ ਜਾ ਕੇ ਫਿਰ ਕੁੰਡੀ ਲਗਾ ਲਈ ਤੇ ਕਾਫੀ ਟਾਈਮ ਬਾਅਦ ਉਹ ਕਮਰੇ ਤੋਂ ਬਾਹਰ ਆਏ। ਮੈਂ ਵੀ ਉਸ ਨੂੰ ਹਰ ਰੋਜ਼ ਇਸ ਤਰ੍ਹਾਂ ਜਾਂਦਾ ਦੇਖਦਾ, ਪਰ ਬੋਲਦਾ ਕੁਝ ਨਾ। ਮੈਂ ਇਸ ਗੱਲ ਦਾ ਰਾਜ਼ ਜਾਣਨਾ ਚਾਹੁੰਦਾ ਸੀ। ਇੱਕ ਦਿਨ ਮੈਂ ਆਫਿਸ ਜਾਣ ਦਾ ਬਹਾਨਾ ਬਣਾ ਕੇ ਬਾਹਰ ਚਲਾ ਗਿਆ। ਕੁਝ ਟਾਈਮ ਬਾਅਦ ਜਦੋਂ ਘੰਟੇ ਕੁ ਬਾਅਦ ਮੈਂ ਘਰ ਵਾਪਸ ਆਇਆ ਤਾਂ ਅਨੀਤਾ ਛੋਟੇ ਭਰਾ ਦੇ ਕਮਰੇ ਵਿੱਚ ਸੀ ਤੇ ਮੈਨੂੰ ਉਸ ਤੇ ਬਹੁਤ ਗੁੱਸਾ ਆਇਆ, ਪਰ ਮੈਂ ਆਪਣੇ ਗੁੱਸੇ ਤੇ ਕੰਟਰੋਲ ਕਰਿਆ ਤੇ ਮੈਂ ਸੋਚਦਾ ਸੀ ਕਿ ਆਖਿਰ ਉਹਨਾਂ ਵਿੱਚ ਕੀ ਕੁਝ ਚੱਲ ਰਿਹਾ। ਮੈਂ ਇਸੇ ਹੀ ਤਰ੍ਹਾਂ ਇੱਕ ਦਿਨ ਦਫ਼ਤਰ ਜਾਣ ਦਾ ਬਹਾਨਾ ਬਣਾ ਕੇ ਬਾਹਰ ਚਲਾ ਗਿਆ। ਜਦੋਂ ਮੈਂ ਘੰਟੇ ਬਾਅਦ ਘਰ ਆਇਆ ਤਾਂ ਉਹ ਆਪਣੇ ਕਮਰੇ ਵਿੱਚ ਨਹੀਂ ਸੀ, ਉਹ ਤਾਂ ਅਨਿਲ ਦੇ ਕਮਰੇ ਵਿੱਚ ਸੀ। ਮੈਨੂੰ ਹੁਣ ਅਨਿਲ ਤੇ ਅਨੀਤਾ ਦੇ ਉੱਪਰ ਸ਼ੱਕ ਹੋਣ ਲੱਗ ਗਿਆ ਸੀ, ਕਿਉਂਕਿ ਅਨਿਲ ਦੇ ਕਮਰੇ ਵਿੱਚ ਮੇਰੀ ਗੈਰ ਹਾਜ਼ਰੀ ਵਿੱਚ ਹੀ ਅਨੀਤਾ ਉਸਦੇ ਕਮਰੇ ਵਿੱਚ ਕਿਉਂ ਜਾਂਦੀ ਸੀ। ਇਹ ਸਭ ਕੁਝ ਪੁੱਛਣਾ ਮੈਂ ਚਾਹੁੰਦਾ ਸੀ, ਕਿਉਂਕਿ ਇਹ ਮੇਰਾ ਹੱਕ ਸੀ। ਉਹ ਮੇਰੀ ਪਤਨੀ ਸੀ। ਅਨਿਲ ਦੇ ਕਮਰੇ ਵਿੱਚ ਉਹ ਕੀ ਕਰਨ ਜਾਂਦੀ ਸੀ, ਇਹ ਸਭ ਕੁਝ ਦੱਸਣ ਦਾ, ਸੱਚ ਦੱਸਣ ਦਾ ਉਸਦਾ ਵੀ ਫਰਜ਼ ਸੀ। ਇਵੇਂ ਹੀ 4-5 ਦਿਨ ਨਿਕਲ ਗਏ, ਪਰ ਮੈਂ ਅਨੀਤਾ ਨੂੰ ਕੁਝ ਨਾ ਕਿਹਾ। ਮੈਨੂੰ ਉਸਦੇ ਬਹੁਤ ਗੁੱਸਾ ਆਉਂਦਾ। ਕਦੇ ਤਾਂ ਮੈਂ ਉਸ ਨਾਲ ਲੜਾਈ ਵੀ ਕਰਦਾ, ਪੁੱਛਣ ਦੀ ਕੋਸ਼ਿਸ਼ ਕਰਦਾ ਤਾਂ ਉਹ ਮੈਨੂੰ ਆਪਣੀ ਗੱਲ ਬਦਲ ਦਿੰਦੀ। ਮੈਨੂੰ ਉਸਦੇ ਹੁਣ ਹੋਰ ਜ਼ਿਆਦਾ ਸ਼ੱਕ ਹੋਣ ਲੱਗ ਗਿਆ, ਕਿਉਂਕਿ ਉਸਨੇ ਮੈਨੂੰ ਸੱਚੀ ਗੱਲ ਨਹੀਂ ਸੀ ਦੱਸੀ। ਜਦੋਂ ਮੈਂ ਵੀ ਉਸਦੇ ਨਾਲ ਅਨਿਲ ਬਾਰੇ ਗੱਲ ਕਰਦਾ ਤਾਂ ਉਹ ਮੇਰੇ ਨਾਲ ਗੁੱਸੇ ਹੋ ਜਾਂਦੀ ਤੇ ਮੈਨੂੰ ਕਹਿੰਦੀ ਕਿ ਤੁਹਾਨੂੰ ਸ਼ੱਕ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ। ਜਦੋਂ ਵੀ ਮੈਂ ਉਸਦੇ ਨੇੜੇ ਜਾਂਦਾ ਤਾਂ ਉਹ ਮੇਰੇ ਨਾਲ ਗੁੱਸੇ ਵਿੱਚ ਹੀ ਗੱਲ ਕਰਦੀ। ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਤਾਂ ਉਹ ਮੇਰੇ ਨਾਲ ਗੁੱਸੇ ਵਿੱਚ ਹੀ ਬੋਲਦੀ। ਜਦੋਂ ਵੀ ਮੈਂ ਕੋਈ ਇਹੋ ਜਿਹਾ ਸਵਾਲ ਕਰਾਂ ਤਾਂ ਉਹ ਮੇਰੇ ਨਾਲ ਪਹਿਲਾਂ ਹੀ ਗੁੱਸੇ ਹੋ ਜਾਂਦੀ। ਪਰ ਜਦੋਂ ਤੋਂ ਮੈਂ ਇਹ ਬਿਮਾਰ ਹੋਇਆ ਸੀ, ਅਨੀਤਾ ਦੀਆਂ ਹਰਕਤਾਂ ਦੇ ਉਸਦੇ ਸੁਭਾਅ ਵਿੱਚ ਬਹੁਤ ਜ਼ਿਆਦਾ ਬਦਲਾਵ ਆ ਗਿਆ ਸੀ। ਉਹ ਪਹਿਲਾਂ ਬਹੁਤ ਹੀ ਜ਼ਿਆਦਾ ਸਮਝਦਾਰ ਕੁੜੀ ਸੀ। ਮੈਨੂੰ ਤਾਂ ਯਕੀਨ ਨਹੀਂ ਸੀ ਹੁੰਦਾ ਕਿ ਉਹ ਕਦੇ ਮੇਰੇ ਨਾਲ ਇਸ ਤਰ੍ਹਾਂ ਮੈਨੂੰ ਧੋਖਾ ਦੇਵੇਗੀ।
ਫਿਰ ਇੱਕ ਦਿਨ ਮੈਂ ਉਸਦੇ ਪਾਪਾ ਨਾਲ ਉਸਦੇ ਸੁਭਾਅ ਬਾਰੇ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਉਸ ਨੂੰ ਸਮਝਾਵਾਂਗਾ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੀ ਹੈ। ਉਹਨਾਂ ਨੂੰ ਸਿਰਫ ਉਸਦੇ ਸੁਭਾਅ ਬਾਰੇ ਹੀ ਮੈਂ ਦੱਸਿਆ ਸੀ। ਮੈਂ ਪੂਰੀ ਗੱਲ ਉਹਨਾਂ ਨੂੰ ਨਾ ਦੱਸੀ ਕਿਉਂਕਿ ਇਹ ਸਾਡੇ ਘਰ ਦਾ ਮਸਲਾ ਸੀ। ਉਹਨਾਂ ਨੂੰ ਆਪਣੇ ਮੂੰਹ ਨਾਲ ਕਿਵੇਂ ਦੱਸਦਾ ਕਿ ਅਨੀਤਾ ਮੇਰੇ ਭਰਾ ਨਾਲ। ਇਵੇਂ ਹੀ ਕੁਝ ਹੋਰ ਦਿਨ ਲੰਘ ਗਏ। ਫਿਰ ਇੱਕ ਦਿਨ ਅਨਿਲ ਨੂੰ ਮੈਂ ਬਹਾਨੇ ਨਾਲ ਲੈ ਗਿਆ ਤੇ ਸਾਡੇ ਘਰ ਤੋਂ ਕੁਝ ਦੂਰ ਬਣੇ ਪਾਰਕ ਵਿੱਚ ਅਸੀਂ ਚਲੇ ਗਏ। ਮੈਨੂੰ ਮੇਰਾ ਛੋਟਾ ਭਰਾ ਕਹਿੰਦਾ ਕਿ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਇਸ ਪਾਰਕ ਵਿੱਚ ਕਿਉਂ ਲਿਜਾ ਰਹੇ ਹੋ। ਪਹਿਲਾਂ ਤਾਂ ਤੁਸੀਂ ਕਦੇ ਇਸ ਤਰ੍ਹਾਂ ਮੇਰੇ ਨਾਲ ਕਦੇ ਇਸ ਪਾਰਕ ਵਿੱਚ ਨਹੀਂ ਆਏ। ਜਦੋਂ ਮੈਂ ਆਪਣੇ ਭਰਾ ਨੂੰ ਪਾਰਕ ਦੇ ਇੱਕ ਸੁੰਨ ਜਿਹੀ ਜਗ੍ਹਾ ਵਿੱਚ ਲੈ ਗਿਆ ਤੇ ਮੇਰੀਆਂ ਅੱਖਾਂ ਗੁੱਸੇ ਨਾਲ ਬੁਰੀ ਤਰ੍ਹਾਂ ਲਾਲ ਸੀ ਤੇ ਮੇਰਾ ਭਰਾ ਮੈਨੂੰ ਦੇਖ ਕੇ ਡਰ ਗਿਆ। ਮੈਂ ਗੁੱਸੇ ਭਰੀ ਆਵਾਜ਼ ਵਿੱਚ ਪੁੱਛਿਆ ਤੇ ਮੈਂ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਤੇਰਾ ਤੇ ਅਨੀਤਾ ਵਿੱਚ ਕੀ ਚੱਲ ਰਿਹਾ ਹੈ। ਤਾਂ ਅੱਗੋਂ ਅਨਿਲ ਨੇ ਜੋ ਕਿਹਾ ਉਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਅਨਿਲ ਕਹਿੰਦਾ ਕਿ ਉਹ ਤਾਂ ਮੇਰੀ ਭਾਬੀ ਹੈ ਤੇ ਭਾਬੀ ਤਾਂ ਮਾਂ ਵਰਗੀ ਹੈ। ਪਰ ਅਨਿਲ ਦੀਆਂ ਗੱਲਾਂ ਤੇ ਮੈਨੂੰ ਕੋਈ ਯਕੀਨ ਨਹੀਂ ਸੀ ਹੋ ਰਿਹਾ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਦੋਵੇਂ ਹੀ ਮੇਰੇ ਨਾਲ ਝੂਠ ਬੋਲ ਰਹੇ ਹਨ। ਫਿਰ ਮੈਂ ਗੁੱਸੇ ਭਰੀ ਆਵਾਜ਼ ਵਿੱਚ ਕਿਹਾ ਕਿ ਅਨਿਲ ਦੇਖ, ਮੈਨੂੰ ਚੁੱਪਚਾਪ ਸਹੀ ਗੱਲ ਦੱਸ ਦੇ। ਤੇਰੇ ਕਮਰੇ ਵਿੱਚ ਅਨੀਤਾ ਕੀ ਕਰਨ ਜਾਂਦੀ ਹੈ। ਮੈਂ ਉਸ ਨੂੰ ਗੁੱਸੇ ਵਿੱਚ ਹੋਰ ਵੀ ਕਈ ਗੱਲਾਂ ਕਹੀਆਂ ਪਰ ਅਨਿਲ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਉਹ ਕਹਿੰਦਾ ਕਿ ਸਾਡੇ ਦੋਹਾਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਜਦੋਂ ਮੈਂ ਜ਼ੋਰ ਨਾਲ ਬੋਲਿਆ ਤਾਂ ਮੈਨੂੰ ਖੰਘ ਆਉਣ ਲੱਗੀ ਤੇ ਮੇਰੇ ਖੰਘਣ ਕਾਰਨ ਮੇਰਾ ਸਾਹ ਚੜ ਗਿਆ। ਅਨਿਲ ਭੱਜ ਕੇ ਮੇਰੇ ਲਈ ਪਾਣੀ ਦਾ ਗਲਾਸ ਲੈ ਕੇ ਆਇਆ ਤੇ ਕਿਹਾ ਕਿ ਤੁਸੀਂ ਮੇਰੇ ਤੇ ਵੀਰੇ ਬੇਵਜ੍ਹਾ ਹੀ ਸ਼ੱਕ ਕਰ ਰਹੇ ਹੋ। ਤੁਸੀਂ ਪਾਣੀ ਪੀਓ ਤੇ ਬੈਠ ਜਾਓ। ਪਰ ਮੈਨੂੰ ਉਸ ਦੀਆਂ ਗੱਲਾਂ ਵਿੱਚ ਝੂਠ ਨਜ਼ਰ ਆ ਰਿਹਾ ਸੀ। ਮੇਰਾ ਦਿਲ ਬਿਲਕੁਲ ਵੀ ਨਹੀਂ ਸੀ ਮੰਨਦਾ ਕਿ ਅਨਿਲ ਸੱਚਾ ਹੈ। ਫਿਰ ਮੈਂ ਕੁਝ ਨਾ ਬੋਲਿਆ ਤੇ ਮੈਂ ਉਸ ਨੂੰ ਗੁੱਸੇ ਵਿੱਚ ਪਾਰਕ ਵਿੱਚ ਹੀ ਛੱਡ ਕੇ ਘਰ ਆ ਗਿਆ। ਇੱਕ ਦਿਨ ਫਿਰ ਮੈਂ ਸੋਚਿਆ ਕਿ ਮੈਂ ਪਾਪਾ ਨੂੰ ਸਾਰਾ ਕੁਝ ਦੱਸ ਦੇਵਾਂ ਪਰ ਫਿਰ ਮੇਰੇ ਤੋਂ ਕੁਝ ਵੀ ਨਾ ਦੱਸਿਆ ਗਿਆ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਸਾਡੇ ਦੋਹਾਂ ਜੀਆਂ ਦੀ ਗੱਲ ਪਾਪਾ ਤੱਕ ਪਹੁੰਚੇ ਤੇ ਉਹਨਾਂ ਦਾ ਵੀ ਦਿਲ ਦੁਖੀ ਹੋਵੇ। ਮੈਂ ਹੁਣ ਘਰ ਵਿੱਚ ਜ਼ਿਆਦਾ ਟਾਈਮ ਨਹੀਂ ਸੀ ਰਹਿੰਦਾ। ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਉਸ ਘਰ ਵਿੱਚ ਰਹਾਂ ਕਿਉਂਕਿ ਮੈਂ ਜਦੋਂ ਵੀ ਅਨਿਲ ਤੇ ਅਨੀਤਾ ਨੂੰ ਦੇਖਦਾ ਤਾਂ ਮੇਰਾ ਖੂਨ ਉਬਾਲੇ ਦੇਣ ਲੱਗ ਜਾਂਦਾ। ਮੇਰੇ ਤੋਂ ਉਹਨਾਂ ਦੋਹਾਂ ਨੂੰ ਦੇਖਿਆ ਨਹੀਂ ਸੀ ਜਾਂਦਾ। ਫਿਰ ਇੱਕ ਦਿਨ ਮੈਂ ਆਪਣੇ ਜਿਗਰੀ ਦੋਸਤ ਕਾਰਨ ਨੂੰ ਸਾਰੀ ਗੱਲ ਦੱਸੀ ਕਿ ਅਨਿਲ ਤੇ ਅਨੀਤਾ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ। ਉਸਨੇ ਜਦੋਂ ਮੇਰੀ ਗੱਲ ਸੁਣੀ ਤਾਂ ਉਸਨੇ ਕਿਹਾ ਕਿ ਇਹ ਗੱਲ ਤਾਂ ਬਹੁਤ ਗੰਭੀਰ ਹੈ, ਉਹਨਾਂ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਪਰ ਮੈਨੂੰ ਯਕੀਨ ਨਹੀਂ ਸੀ ਕਿ ਅਨਿਲ ਇਸ ਤਰ੍ਹਾਂ ਦਾ ਮੁੰਡਾ ਹੋਵੇਗਾ। ਉਹ ਤਾਂ ਬਹੁਤ ਹੀ ਭੋਲਾ ਭਾਲਾ ਤੇ ਸਿੱਧਾ ਸਾਦਾ ਹੈ। ਫਿਰ ਮੈਂ ਕਰਨ ਨੂੰ ਕਿਹਾ ਕਿ ਅਨੀਤਾ ਤੇ ਅਨਿਲ ਵਿੱਚ ਜ਼ਰੂਰ ਕੁਝ ਨਾ ਕੁਝ ਤਾਂ ਅਜਿਹਾ ਚੱਲ ਰਿਹਾ ਹੈ। ਉਹਨਾਂ ਦੇ ਵਿੱਚ ਆਪਸ ਵਿੱਚ ਕੁਝ ਸਬੰਧ ਹਨ, ਨਹੀਂ ਤਾਂ ਉਸ ਨੂੰ ਕੀ ਲੋੜ ਹੈ ਕਿ ਉਹ ਰਾਤ ਨੂੰ ਉੱਠ ਕੇ ਅਨਿਲ ਦੇ ਕਮਰੇ ਵਿੱਚ ਜਾਵੇ। ਉਸ ਦਾ ਸੁਭਾਅ ਵੀ ਬਦਲ ਗਿਆ। ਉਹ ਮੇਰੇ ਨਾਲ ਗੱਲ ਤੇ ਹੀ ਲੜਦੀ ਰਹਿੰਦੀ ਹੈ ਤੇ ਮੈਂ ਕਿਹਾ ਕਿ ਮੇਰੇ ਨਾਲੋਂ ਜ਼ਿਆਦਾ ਅਨਿਲ ਦੇ ਹੀ ਕਰੀਬ ਰਹਿੰਦੀ ਹੈ। ਮੈਨੂੰ ਉਸਨੇ ਕਿਹਾ ਕਿ ਤੂੰ ਉਹਨਾਂ ਦੋਹਾਂ ਤੇ ਨਜ਼ਰ ਰੱਖ, ਹੌਲੀ ਹੌਲੀ ਸਭ ਕੁਝ ਤੇਰੇ ਸਾਹਮਣੇ ਸੱਚ ਆ ਜਾਵੇਗਾ। ਫਿਰ ਮੈਂ ਕਰਨ ਨੂੰ ਕਿਹਾ ਕਿ ਮੈਂ ਹੁਣ ਉਹਨਾਂ ਤੇ ਪੂਰੀ ਨਿਗਰਾਨੀ ਰੱਖਾਂਗਾ। ਫਿਰ ਇੱਕ ਦਿਨ ਮੈਂ ਰਾਤ ਨੂੰ ਬਾਹਰ ਜਾਣ ਦਾ ਬਹਾਨਾ ਬਣਾ ਲਿਆ ਤੇ ਆਪ ਅਨਿਲ ਦੇ ਕਮਰੇ ਵਿੱਚ ਜਾ ਕੇ ਲੁਕ ਗਿਆ। ਉਸ ਸਮੇਂ ਅਨਿਲ ਬਾਹਰ ਸੈਰ ਕਰਨ ਗਿਆ ਹੋਇਆ ਸੀ। ਜਦੋਂ ਅੱਧੇ ਘੰਟੇ ਵਿੱਚ ਅਨਿਲ ਵਾਪਸ ਆਇਆ ਤਾਂ ਉਦੋਂ ਰਾਤ ਦੇ 10 ਵੱਜ ਚੁੱਕੇ ਸਨ। ਮੈਂ ਅਨੀਤਾ ਨੂੰ ਕਿਹਾ ਸੀ ਕਿ ਮੈਂ ਅੱਜ ਰਾਤ ਬਾਹਰ ਹੀ ਰਹਾਂਗਾ, ਮੈਨੂੰ ਦਫ਼ਤਰ ਦਾ ਜ਼ਰੂਰੀ ਕੰਮ ਹੈ। ਮੈਂ ਉਸ ਨੂੰ ਝੂਠ ਬੋਲ ਦਿੱਤਾ। ਮੈਂ ਉਸ ਰਾਤ ਉਹਨਾਂ ਦੋਹਾਂ ਨੂੰ ਰੰਗੇ ਹੱਥੀਂ ਫੜਨਾ ਸੀ ਕਿਉਂਕਿ ਹੁਣ ਅਨੀਤਾ ਨੂੰ ਵੀ ਪਤਾ ਸੀ ਕਿ ਮੈਂ ਘਰ ਵਿੱਚ ਨਹੀਂ। ਉਹ ਅੱਜ ਜਲਦੀ ਹੀ ਅਨਿਲ ਦੇ ਕਮਰੇ ਵਿੱਚ ਆਵੇਗੀ। ਜਦੋਂ ਅਨਿਲ ਬਾਹਰ ਗਿਆ ਸੀ ਤਾਂ ਮੈਂ ਅਨੀਤਾ ਦੇ ਕਮਰੇ ਦੀ ਅਲਮਾਰੀ ਦੇ ਉਹਲੇ ਲੁਕ ਗਿਆ। ਅਨੀਤਾ ਜਦੋਂ ਕਮਰੇ ਵਿੱਚ ਆਈ ਤਾਂ ਉਸਦੇ ਹੱਥ ਵਿੱਚ ਇੱਕ ਤੇਲ ਦੀ ਕੌਲੀ ਤੇ ਕੁਝ ਮੈਡੀਸਨ ਸੀ। ਮੈਂ ਤਾਂ ਹੈਰਾਨ ਰਹਿ ਗਿਆ ਕਿ ਇਹ ਦਵਾਈ ਦੇ ਤੇ ਤੇਲ ਦੀ ਕੌਲੀ ਨਾਲ ਅਨੀਤਾ ਕੀ ਕਰੇਗੀ। ਜਦੋਂ ਅਨੀਤਾ ਕਮਰੇ ਵਿੱਚ ਆਈ ਤਾਂ ਅਨਿਲ ਨੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਜਦੋਂ ਅਨਿਲ ਨੇ ਆਪਣੀ ਸ਼ਰਟ ਉਤਾਰੀ ਤਾਂ ਉਸਦਾ ਪੇਟ ਕਾਫੀ ਫੁੱਲਿਆ ਹੋਇਆ ਸੀ। ਫਿਰ ਅਨਿਲ ਬੈੱਡ ਦੇ ਉੱਪਰ ਲੰਬਾ ਪੈ ਗਿਆ। ਅਨੀਤਾ ਨੇ ਹੌਲੀ ਹੌਲੀ ਉਸਦੇ ਪੇਟ ਤੇ ਮਸਾਜ ਕਰਨੀ ਸ਼ੁਰੂ ਕਰ ਦਿੱਤੀ। ਮੈਂ ਅਲਮਾਰੀ ਪਿੱਛੋਂ ਖੜਾ ਦੇਖ ਰਿਹਾ ਸੀ। ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਅਲਮਾਰੀ ਦੇ ਪਿੱਛੋਂ ਬਾਹਰ ਆ ਗਿਆ ਤੇ ਅਨੀਤਾ ਦਾ ਹੱਥ ਫੜ ਲਿਆ ਤੇ ਉਸ ਨੂੰ ਗੁੱਸੇ ਵਿੱਚ ਪੁੱਛਿਆ ਕਿ ਇਹ ਕੀ ਕਰ ਰਹੀ ਆ। ਤਾਂ ਉਹ ਮੈਨੂੰ ਦੇਖ ਕੇ ਘਬਰਾ ਗਈ ਤੇ ਉਸ ਤੋਂ ਕੁਝ ਵੀ ਬੋਲਿਆ ਨਹੀਂ ਸੀ ਜਾ ਰਿਹਾ। ਫਿਰ ਉਸਨੇ ਕੰਬਦੀ ਆਵਾਜ਼ ਨਾਲ ਕਿਹਾ ਕਿ ਤੁਸੀਂ ਘਬਰਾਓ ਨਾ, ਬੈਠ ਜਾਓ ਤੇ ਸਾਰੀ ਗੱਲ ਸੁਣੋ।
ਪਰ ਮੇਰੇ ਤੋਂ ਗੁੱਸੇ ਵਿੱਚ ਉੱਚੀ ਬੋਲਿਆ ਗਿਆ ਤੇ ਮੈਂ ਉਸ ਨੂੰ ਪੁੱਛਿਆ ਕਿ ਤੂੰ ਮੈਨੂੰ ਸੱਚ-ਸੱਚ ਦੱਸ ਇਹ ਕੀ ਹੋ ਰਿਹਾ ਹੈ। ਤਾਂ ਅਨੀਤਾ ਨੇ ਕਿਹਾ ਕਿ ਮੈਂ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸਾਂਗੀ, ਤੁਸੀਂ ਆਰਾਮ ਨਾਲ ਬੈਠ ਜਾਓ। ਫਿਰ ਮੈਂ ਬੈਠ ਗਿਆ ਤੇ ਅਨਿਲ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਤੇ ਉਹ ਰੋਣ ਲੱਗ ਪਿਆ ਤੇ ਅਨੀਤਾ ਨੇ ਮੈਨੂੰ ਜੋ ਕੁਝ ਦੱਸਿਆ ਉਹ ਸੁਣ ਕੇ ਤਾਂ ਮੇਰੇ ਲੂੰ ਕੰਡੇ ਖੜੇ ਹੋ ਗਏ। ਮੈਨੂੰ ਦੱਸਿਆ ਕਿ ਤੁਸੀਂ ਇੱਕ ਦਿਨ ਦਫ਼ਤਰ ਵਿੱਚ ਸੀ। ਅਨਿਲ ਦੇ ਬਹੁਤ ਤੇਜ਼ ਦਰਦ ਹੋਣ ਲੱਗ ਗਿਆ ਤੇ ਉਸ ਨੂੰ ਖੂਨ ਦੀ ਉਲਟੀ ਆ ਗਈ। ਫਿਰ ਮੈਂ ਉਸ ਨੂੰ ਡਾਕਟਰ ਕੋਲ ਲੈ ਕੇ ਗਈ। ਡਾਕਟਰ ਨੇ ਜਦੋਂ ਚੈੱਕਅਪ ਕਰਿਆ ਤੇ ਕੁਝ ਟੈਸਟ ਲਏ ਤਾਂ ਜੋ ਰਿਪੋਰਟ ਆਈ, ਜਦੋਂ ਸਾਨੂੰ ਡਾਕਟਰ ਨੇ ਦੱਸਿਆ ਕਿ ਇਸ ਦਾ ਇੱਕ ਗੁਰਦਾ ਫੇਲ ਹੋ ਗਿਆ ਤਾਂ ਤੇ ਇਸ ਨੂੰ ਸਾਹ ਵਿੱਚ ਵੀ ਤਕਲੀਫ ਆਉਣ ਲੱਗ ਗਈ ਸੀ। ਇਸ ਦਾ ਸਾਹ ਬਹੁਤ ਔਖਾ ਆ ਰਿਹਾ ਸੀ ਤੇ ਡਾਕਟਰ ਨੇ ਕੁਝ ਮੈਡੀਸਨ ਦੇ ਦਿੱਤੀ ਤੇ ਇਸ ਨੂੰ ਕਿਹਾ ਕਿ ਇਸ ਦੇ ਉੱਪਰ ਪੇਟ ਦੇ ਉੱਪਰ ਤੇਲ ਦੀ ਮਾਲਿਸ਼ ਕਰਿਆ ਕਰੋ ਤੇ ਇਸ ਦੀ ਸੋਜ ਘਟ ਜਾਵੇਗੀ। ਮੈਂ ਤੁਹਾਨੂੰ ਇਹ ਗੱਲ ਇਸ ਕਰਕੇ ਨਹੀਂ ਸੀ ਦੱਸੀ ਕਿਉਂਕਿ ਤੁਹਾਡੇ ਡਾਕਟਰ ਨੇ ਕਿਹਾ ਸੀ ਕਿ ਤੁਹਾਨੂੰ ਕੋਈ ਵੀ ਦੁੱਖ ਦੀ ਗੱਲ ਨਹੀਂ ਤੁਹਾਡੇ ਤਾਈਂ ਕਰਨੀ ਕਿਉਂਕਿ ਤੁਹਾਡੇ ਦਿਲ ਵਿੱਚ ਛੇਕ ਸੀ। ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਨਹੀਂ ਦੱਸੀ ਕਿਉਂਕਿ ਇਹ ਗੱਲ ਸੁਣਨ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਸੀ ਤੇ ਡਾਕਟਰ ਨੇ ਕੋਈ ਵੀ ਦੁੱਖ ਜਾਂ ਗਮ ਵਾਲੀ ਗੱਲ ਤੁਹਾਨੂੰ ਦੱਸਣ ਨੂੰ ਮਨਾ ਕਰਿਆ ਸੀ। ਅਨਿਲ ਨੇ ਰੋਂਦੇ ਹੋਏ ਕਿਹਾ ਕਿ ਵੀਰੇ ਭਾਬੀ ਸਭ ਕੁਝ ਠੀਕ ਕਹਿ ਰਹੇ ਨੇ, ਮੇਰੇ ਨਾਲ ਜੋ ਵੀ ਹੋਇਆ ਸੀ ਤੁਹਾਨੂੰ ਦੱਸਣਾ ਨਹੀਂ ਸੀ ਚਾਹੁੰਦੇ ਤੇ ਭਾਬੀ ਤੁਹਾਡੇ ਤੋਂ ਚੋਰੀ ਮੇਰੀ ਦੇਖਭਾਲ ਕਰਦੀ ਸੀ ਤੇ ਮੈਨੂੰ ਦਵਾਈ ਵੀ ਇਹੀ ਨਾਲ ਜਾ ਕੇ ਦਵਾਉਂਦੇ ਸੀ। ਹੁਣ ਦੁਬਾਰਾ ਫਿਰ ਟੈਸਟ ਹੋਣਗੇ ਤੇ ਜੋ ਰਿਪੋਰਟ ਆਵੇਗੀ ਉਸ ਦੇ ਅਨੁਸਾਰ ਹੀ ਫਿਰ ਡਾਕਟਰ ਦਵਾਈ ਦੇਵੇਗਾ। ਜਦੋਂ ਮੈਂ ਅਨਿਲ ਅਤੇ ਅਨੀਤਾ ਦੀਆਂ ਗੱਲਾਂ ਸੁਣੀਆਂ ਤਾਂ ਮੇਰੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਕਿਉਂਕਿ ਉਹਨਾਂ ਦੇ ਉੱਪਰ ਮੈਂ ਬਿਨਾਂ ਵਜ੍ਹਾ ਤੋਂ ਹੀ ਸ਼ੱਕ ਕਰਿਆ ਸੀ। ਸਾਡੀ ਉੱਚੀ ਆਵਾਜ਼ ਸੁਣ ਕੇ ਪਾਪਾ ਵੀ ਸਾਡੇ ਕਮਰੇ ਵਿੱਚ ਆ ਗਏ ਤੇ ਉਹ ਕਹਿਣ ਲੱਗੇ ਕਿ ਕੀ ਗੱਲ ਹੈ, ਤੁਸੀਂ ਇੰਨਾ ਰੌਲਾ ਕਿਉਂ ਪਾਇਆ ਹੈ। ਫਿਰ ਅਨੀਤਾ ਨੇ ਜਦੋਂ ਪਾਪਾ ਨੂੰ ਮੇਰੀ ਸਾਰੀ ਗੱਲ ਦੱਸੀ ਤਾਂ ਪਾਪਾ ਨੇ ਕਿਹਾ ਕਿ ਦੇਖ ਜਤਿੰਦਰ, ਬਿਨਾਂ ਗੱਲ ਸਮਝੇ ਕਿਸੇ ਦੇ ਉੱਪਰ ਸ਼ੱਕ ਨਹੀਂ ਕਰਨਾ ਚਾਹੀਦਾ ਜਿੰਨਾ ਚਿਰ ਕਿਸੇ ਗੱਲ ਦੀ ਸੱਚਾਈ ਦਾ ਪਤਾ ਨਾ ਲੱਗੇ। ਜੇਕਰ ਤੇਰੇ ਦਿਲ ਵਿੱਚ ਕੋਈ ਸ਼ੱਕ ਸੀ ਤਾਂ ਤੂੰ ਅਨੀਤਾ ਨੂੰ ਪੁੱਛ ਸਕਦਾ ਸੀ। ਤੇ ਫਿਰ ਅਨੀਤਾ ਨੇ ਕਿਹਾ ਕਿ ਮੈਂ ਤੁਹਾਨੂੰ ਸੱਚ ਨਹੀਂ ਸੀ ਦੱਸਣਾ ਚਾਹੁੰਦੀ ਕਿਉਂਕਿ ਜੋ ਅਨਿਲ ਦੀ ਬਿਮਾਰੀ ਸੀ ਉਹ ਤੁਹਾਡੇ ਤੋਂ ਝੱਲੀ ਨਹੀਂ ਸੀ ਜਾਣੀ। ਮੈਂ ਨਹੀਂ ਸੀ ਚਾਹੁੰਦੀ ਕਿ ਤੁਹਾਡਾ ਕੋਈ ਨੁਕਸਾਨ ਹੋਵੇ ਤੇ ਮੈਂ ਤੁਹਾਡੇ ਤੋਂ ਬਿਨਾਂ ਨਹੀਂ ਸੀ ਰਹਿ ਸਕਦੀ। ਇਸ ਕਰਕੇ ਪਾਪਾ ਨੇ ਮੈਨੂੰ ਇਹ ਗੱਲ ਤੁਹਾਨੂੰ ਦੱਸਣ ਤੋਂ ਮਨਾ ਕਰਿਆ ਸੀ ਕਿ ਤੁਸੀਂ ਜਤਿੰਦਰ ਨੂੰ ਕੋਈ ਵੀ ਗੱਲ ਨਾ ਦੱਸਿਓ। ਫਿਰ ਪਾਪਾ ਨੇ ਕਿਹਾ ਕਿ ਬੇਟੇ, ਬਿਨਾਂ ਗੱਲ ਦੀ ਸੱਚਾਈ ਜਾਣੇ ਐਵੇਂ ਸ਼ੱਕ ਕਰਨਾ ਰਿਸ਼ਤਿਆਂ ਨੂੰ ਤੋੜਦਾ ਹੈ। ਗੱਲ ਨੂੰ ਪੂਰੀ ਜਾਣਨ ਤੋਂ ਬਿਨਾਂ ਕਿਸੇ ਵੀ ਗੱਲ ਦਾ ਫੈਸਲਾ ਨਹੀਂ ਲੈਣਾ ਚਾਹੀਦਾ। ਮੇਰੀਆਂ ਵੀ ਅੱਖਾਂ ਵਿੱਚੋਂ ਪਾਣੀ ਆ ਗਿਆ। ਮੇਰਾ ਇੱਕ ਭਰਾ ਹੀ ਸੀ ਜੋ ਮੇਰਾ ਸਹਾਰਾ ਸੀ ਤੇ ਉਹ ਵੀ ਰੋਗੀ ਹੋ ਗਿਆ ਸੀ। ਮੈਂ ਹੁਣ ਸੋਚ ਲਿਆ ਸੀ ਕਿ ਮੈਂ ਅਨਿਲ ਦਾ ਵੱਡੇ ਹਸਪਤਾਲ ਵਿੱਚ ਇਲਾਜ ਕਰਵਾਵਾਂਗਾ। ਫਿਰ ਮੈਂ ਅਨੀਤਾ ਤੋਂ ਮਾਫੀ ਮੰਗੀ ਤੇ ਕਿਹਾ ਕਿ ਮੈਨੂੰ ਮੁਆਫ ਕਰ ਦੇ, ਮੈਂ ਬਿਨਾਂ ਵਜ੍ਹਾ ਤੋਂ ਤੇਰੇ ਤੇ ਸ਼ੱਕ ਕਰਦਾ ਰਿਹਾ। ਅਨੀਤਾ ਨੇ ਕਿਹਾ ਕਿ ਤੁਸੀਂ ਮੈਨੂੰ ਪੁੱਛਣ ਦੀ ਵਾਰ-ਵਾਰ ਕੋਸ਼ਿਸ਼ ਕਰਦੇ ਸੀ, ਇਸ ਗੱਲ ਦਾ ਮੈਨੂੰ ਵੀ ਪਤਾ ਸੀ ਤਾਂ ਮੈਂ ਗੁੱਸੇ ਇਸ ਕਰਕੇ ਹੋ ਜਾਂਦੀ ਸੀ ਕਿਉਂਕਿ ਤੁਸੀਂ ਮੇਰੇ ਤੋਂ ਇਹ ਗੱਲ ਫਿਰ ਨਾ ਪੁੱਛੋ। ਇਸ ਕਰਕੇ ਮੈਂ ਆਪਣਾ ਸੁਭਾਅ ਬਦਲਿਆ ਸੀ। ਮੈਂ ਵੀ ਨਹੀਂ ਸੀ ਚਾਹੁੰਦੀ ਕਿ ਮੈਂ ਤੁਹਾਨੂੰ ਝੂਠ ਬੋਲਾਂ, ਪਰ ਝੂਠ ਬੋਲਣ ਵਿੱਚ ਹੀ ਤੁਹਾਡੀ ਜ਼ਿੰਦਗੀ ਬਚ ਸਕਦੀ ਸੀ। ਅੱਜ ਤੁਸੀਂ ਜਦੋਂ ਸਾਨੂੰ ਅੱਖੀਂ ਦੇਖ ਹੀ ਲਿਆ ਤਾਂ ਤੁਹਾਨੂੰ ਸੱਚਾਈ ਦੱਸਣ ਦਾ ਸਾਡਾ ਫਰਜ਼ ਸੀ। ਹਾਂਜੀ ਦੋਸਤੋ, ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਿਉਂਕਿ ਕਈ ਵਾਰ ਆਪਾਂ ਬਿਨਾਂ ਨਤੀਜਾ ਦੇਖੇ ਜੋ ਵੀ ਫੈਸਲਾ ਕਰਦੇ ਹਾਂ ਉਹ ਆਪਣੇ ਰਿਸ਼ਤਿਆਂ ਨੂੰ ਤੋੜਦਾ ਹੈ। ਉਸ ਬਾਰੇ ਚੰਗੀ ਤਰ੍ਹਾਂ ਜਾਣ ਲਓ। ਕਈ ਵਾਰ ਸ਼ੱਕ ਵਿੱਚ ਆਪਣੇ ਸੋਹਣੇ ਰਿਸ਼ਤੇ ਟੁੱਟ ਜਾਂਦੇ ਹਨ ਅਤੇ ਘਰ ਬਰਬਾਦ ਹੋ ਜਾਂਦੇ ਹਨ। ਹਾਂਜੀ, ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।